ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਗੁਰਬਾਣੀ ਦਾ ਪਾਠ ਕਰਨ ਲੱਗਿਆਂ ਹਰ ਜਗ੍ਹਾ ਯੋਗ ਵਿਸਰਾਮ, ਅਰਧ ਵਿਸਰਾਮ ਲਾਉਣਾ ਬਹੁਤ ਜ਼ਰੂਰੀ ਹੈ ਤੇ ਨਾਲ ਹੀ ਲਗਾ ਮਾਤਰਾ ਦੀ ਵੀ ਬਹੁਤ ਮਹਾਨਤਾ ਹੈ। ਜੇ ਪੂਰੀ ਲਗ ਮਾਤਰਾ ਨਾ ਉਚਾਰਨ ਕੀਤੀ ਜਾਵੇ ਜਾਂ ਵਿਸਰਾਮ ਠੀਕ ਥਾਂ ਨਾ ਲਾਇਆ ਜਾਵੇ ਤਾਂ ਅਰਥ ਦੇ ਅਨਰਥ ਹੋ ਜਾਂਦੇ ਹਨ। ਅਜਿਹੀ ਮਹੱਤਵਪੂਰਨ ਸਾਵਧਾਨੀ ਗੁਰਬਾਣੀ ਪੜ੍ਹਨ ਵੇਲੇ ਜ਼ਰੂਰ ਵਰਤਣੀ ਹੈ। ਇਹ ਸਮਝਾਉਣ ਲਈ ਸ਼੍ਰੀ ਕਲਗੀਧਰ ਪਾਤਸ਼ਾਹ ਨੇ ਇੱਕ ਕੌਤਕ ਰਚਾਇਆ ਤਾਂ ਜੋ ਗੁਰਬਾਣੀ ਪੜ੍ਹਨ ਵੇਲੇ ਸਿੱਖ ਅਵੇਸਲੇਪਣ ਵਿੱਚ ਲਗਾ ਮਾਤਰਾ ਨਾਲ ਬੇਧਿਆਨੀ ਨਾ ਵਰਤਣ। ਸਤਿਗੁਰੂ ਜੀ ਦੀਵਾਨ ਦੀ ਸਮਾਪਤੀ ਉਪਰੰਤ ਆਪਣੇ ਨਿੱਜ ਸਥਾਨ ਲਈ ਜਾ ਰਹੇ ਸਨ ਕਿ ਥੋੜ੍ਹੀ ਦੂਰ ਇੱਕ ਗੁਰਸਿੱਖ ਬੜੇ ਪ੍ਰੇਮ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਬਾਣੀ ਦੱਖਣੀ ਓਂਕਾਰ ਪੜ੍ਹ ਰਿਹਾ ਸੀ। ਜਦੋਂ ਸਤਿਗੁਰੂ ਜੀ ਗੁਰਸਿੱਖ ਦੇ ਕੋਲ ਦੀ ਲੰਘ ਰਹੇ ਸਨ ਤਦ ਗੁਰਸਿੱਖ ਕਰਤੇ ਕੀ ਮਿੱਤ ਕਰਤਾ ਜਾਣਾ ਕੇ ਜਾਣਾ ਗੁਰਸੂਰਾ ਪੰਕਤੀ ਪੜ੍ਹ ਰਿਹਾ ਸੀ। ਸਤਿਗੁਰੂ ਜੀ ਖਲੋ ਗਏ ਤੇ ਇੱਕ ਗੁਰਸਿੱਖ ਨੂੰ ਹੁਕਮ ਕੀਤਾ ਕਿ ਇਸ ਪਾਸੋਂ 5 ਗ੍ਰੰਥੀ ਲੈ ਲਵੋ ਤੇ ਇਸ ਦੇ ਇੱਕ ਚਪੇੜ ਮਾਰੋ। ਸਿੱਖ ਨੇ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਬਾਣੀ ਪੜ੍ਹ ਰਹੇ ਗੁਰਸਿੱਖ ਦੇ ਚਪੇੜ ਮਾਰੀ। ਬਾਣੀ ਪੜ੍ਹਨ ਵਾਲਾ ਗੁਰਸਿੱਖ ਬੜਾ ਹੈਰਾਨ ਹੋਇਆ ਕਿ ਮੈਂ ਤਾਂ ਗੁਰਬਾਣੀ ਪੜ੍ਹ ਰਿਹਾ ਸਾਂ, ਸਤਿਗੁਰੂ ਜੀ ਨੇ ਮੇਰੇ ਚਪੇੜ ਕਿਉਂ ਮਰਵਾਈ। ਗੁਰਸਿੱਖ ਨੇ ਉੱਠ ਕੇ ਹੱਥ ਜੋੜ ਸ਼੍ਰੀ ਗੁਰੂ ਜੀ ਦੇ ਚਰਨਾਂ ਵਿੱਚ ਬੜੀ ਨਿਮਰਤਾ ਨਾਲ ਬੇਨਤੀ ਕੀਤੀ, ਪਾਤਸ਼ਾਹ ਮੈਂ ਭੁੱਲਣਹਾਰ ਹਾਂ, ਮੈਨੂੰ ਆਪਣੀ ਗਲਤੀ ਦਾ ਪਤਾ ਨਹੀਂ ਲੱਗਾ। ਮੈਂ ਤਾਂ ਜਮਾਂ ਦੀ ਮਾਰ ਤੋਂ ਬਚਣ ਵਾਸਤੇ ਗੁਰਬਾਣੀ ਪੜ੍ਹ ਰਿਹਾ ਹਾਂ। ਜੇ ਇੱਥੇ ਬਾਣੀ ਪੜ੍ਹਨ ਨਾਲ ਚਪੇੜਾਂ ਹੀ ਪੈਣੀਆਂ ਹਨ ਤਾਂ ਫਿਰ ਦਰਗਾਹ ਵਿੱਚ ਗੁਰਬਾਣੀ ਜਮਾਂ ਦੀ ਮਾਰ ਤੋਂ ਕਿਵੇਂ ਬਚਾਵੇਗੀ। ਸਤਿਗੁਰੂ ਕਲਗੀਧਰ ਜੀ ਬੈਠ ਗਏ ਤੇ ਗੁਰਸਿੱਖ ਨੂੰ ਸਮਝਾਇਆ, ਗੁਰੂ ਪਿਆਰਿਆ, ਬਾਣੀ ਗੁਰੂ ਗੁਰੂ ਹੈ ਬਾਣੀ। ਗੁਰਬਾਣੀ ਗੁਰੂ ਦਾ ਸਰੀਰ ਹੈ। ਇਸ ਨੂੰ ਖੰਡਿਤ ਪੜ੍ਹਨਾ ਜਾਂ ਲੱਗ ਕੰਨਾ ਤੋੜ ਕੇ ਪੜ੍ਹਨ ਨਾਲ ਗੁਰੂ ਦੇ ਅੰਗ ਭੰਗ ਹੁੰਦੇ ਹਨ। ਦੂਸਰੇ, ਜੋ ਗੁਰਬਾਣੀ ਵਿੱਚ ਸਤਿਗੁਰਾਂ ਨੇ ਸਿਧਾਂਤ ਪ੍ਰਦਾਨ ਕੀਤਾ ਹੈ ਉਹਨਾਂ ਸਿਧਾਂਤਾਂ ਦੇ ਅਰਥਾਂ ਦੇ ਅਨਰਥ ਹੋ ਜਾਂਦੇ ਹਨ। ਤੂੰ ਮੁੜ ਉਹ ਪੰਕਤੀਆਂ ਦੁਬਾਰਾ ਪੜ੍ਹ। ਗੁਰਸਿੱਖ ਨੇ ਮੁੜ ਉਹ ਪੰਕਤੀਆਂ ਕਰਤੇ ਕੀ ਮਿੱਤ ਕਰਤਾ ਜਾਣਾ ਕੇ ਜਾਣਾ ਗੁਰਸੂਰਾ ਪੜ੍ਹੀਆਂ। ਸਤਿਗੁਰੂ ਜੀ ਕਹਿਣ ਲੱਗੇ, ਗੁਰਸਿੱਖਾ, ਇਸੇ ਕਰਕੇ ਤੈਨੂੰ ਚਪੇੜ ਮਰਵਾਈ ਹੈ। ਅਸਲੀ ਪੰਕਤੀ ਹੈ ਕਰਤੇ ਕੀ ਮਿੱਤ ਕਰਤਾ ਜਾਣਾ ਕੈ ਜਾਣਾ ਗੁਰਸੂਰਾ। ਤੂੰ ਕੈ ਦੇ ਥਾਂ ਕੇ ਪੜ੍ਹਦਾ ਹੈ। ਦੁਲਾਵਾਂ ਦੇ ਥਾਂ ਇੱਕ ਲਾਭ ਪੜ੍ਹਨ ਨਾਲ ਸਾਰੀ ਪੰਕਤੀ ਦਾ ਅਰਥ ਹੀ ਬਦਲ ਜਾਂਦਾ ਹੈ। ਕੈ ਪੜ੍ਹਨ ਨਾਲ ਅਰਥ ਬਣਦਾ ਹੈ ਕਰਤਾਰ ਦੀ ਵਡਿਆਈ ਕਰਤਾਰ ਆਪ ਹੀ ਜਾਣਦਾ ਹੈ, ਜਾਂ ਕਰਤਾਰ ਦੀ ਵਡਿਆਈ ਸੂਰਬੀਰ ਸਤਿਗੁਰੂ ਜਾਣਦਾ ਹੈ। ਕੇ ਪੜ੍ਹਨ ਨਾਲ ਅਰਥ ਬਣ ਜਾਂਦਾ ਹੈ ਕਿ ਕਰਤਾਰ ਦੀ ਵਡਿਆਈ ਕਰਤਾਰ ਆਪ ਹੀ ਜਾਣਦਾ ਹੈ, ਗੁਰੂ ਸੂਰਮਾ ਨਹੀਂ ਜਾਣਦਾ। ਸੋ ਕੇ ਇੱਕ ਲਾਭ ਪੜ੍ਹਨ ਨਾਲ ਪੰਕਤੀ ਦੇ ਅਰਥ ਬਿਲਕੁਲ ਹੀ ਉਲਟ ਹੋ ਗਏ। ਗੁਰੂ ਤੇ ਪਰਮੇਸ਼ਰ ਵਿੱਚ ਫਰਕ ਨਹੀਂ ਹੈ। ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਗੌਂਡ ਰਾਗ ਅੰਦਰ ਬਚਨ ਵੀ ਹੈ, ਐ ਗੁਰਸਿੱਖ, ਗੁਰੂ ਤੇ ਪਰਮੇਸ਼ਰ ਇੱਕ ਰੂਪ ਹਨ, ਗੁਰ ਪਰਮੇਸ਼ਰ ਏਕੋ ਜਾਣ।
ਜਦੋਂ ਵੀ ਗੁਰਬਾਣੀ ਦਾ ਪਾਠ ਕਰਨਾ ਹੋਵੇ ਬੜੇ ਧਿਆਨ ਨਾਲ ਲਗ ਕੰਨੇ ਮਾਤਰਾ ਸਹਿਤ ਵਿਸਰਾਮ ਠੀਕ ਥਾਂ 'ਤੇ ਲਗਾ ਕੇ ਗੁਰਬਾਣੀ ਦਾ ਉਚਾਰਨ ਕਰਨਾ ਚਾਹੀਦਾ ਹੈ। ਤਦੋਂ ਹੀ ਗੁਰੂ ਦੀ ਪੂਰਨ ਪ੍ਰਸੰਨਤਾ ਹੁੰਦੀ ਹੈ ਤੇ ਗੁਰਬਾਣੀ ਉਚਾਰਨ ਕਰਨ ਵਾਲੇ ਨੂੰ ਵੀ ਗੁਰਬਾਣੀ ਦਾ ਪੂਰਨ ਬੋਧ ਹੁੰਦਾ ਹੈ। ਗੁਰਸਿੱਖ ਨੇ ਹੱਥ ਜੋੜ ਕੇ ਆਪਣੀ ਗਲਤੀ ਸਵੀਕਾਰ ਕਰ ਸਤਿਗੁਰੂ ਜੀ ਪਾਸੋਂ ਆਪਣੀ ਭੁੱਲ ਦੀ ਮੁਆਫੀ ਮੰਗੀ। ਗੁਰੂ ਪਾਤਸ਼ਾਹ ਜੀ ਦੇ ਇਸ ਕੌਤਕਮਈ ਬਿਰਤਾਂਤ ਤੋਂ ਸਾਨੂੰ ਪਾਠੀ ਸਿੰਘਾਂ ਅਤੇ ਗੁਰਬਾਣੀ ਪੜ੍ਹਨ ਵਾਲਿਆਂ ਨੂੰ ਬਹੁਤ ਨਿੱਘਰ ਸੇਧ ਮਿਲਦੀ ਹੈ। ਜਦੋਂ ਵੀ ਆਪਾਂ ਗੁਰਬਾਣੀ ਦਾ ਉਚਾਰਨ ਕਰੀਏ ਲਗ ਮਾਤਰ ਵਿਚਾਰ ਕੇ ਕਰਨਾ ਚਾਹੀਦਾ ਹੈ। ਤਦ ਹੀ ਅਸੀਂ ਸਤਿਗੁਰੂ ਜੀ ਦੀ ਪ੍ਰਸੰਨਤਾ ਦੇ ਪਾਤਰ ਬਣ ਸਕਦੇ ਹਾਂ ਤੇ ਗੁਰਬਾਣੀ ਦਾ ਪੂਰਾ ਬੋਧ ਪ੍ਰਾਪਤ ਹੋ ਸਕਦਾ ਹੈ। ਲਗਾ ਮਾਤਰਾ ਦੀ ਸਯੋਗ ਵਰਤੋਂ ਸਹਿਤ ਗੁਰਬਾਣੀ ਉਚਾਰਨ ਕਰਨ ਲਈ ਸਾਨੂੰ ਕਿਸੇ ਸਿਆਣੇ ਸੰਪਰਦਾਇ ਗਿਆਨੀ ਜੀ ਪਾਸੋਂ ਸੰਥਿਆ ਪ੍ਰਾਪਤ ਕਰਨੀ ਚਾਹੀਦੀ ਹੈ। ਪਰ ਸ਼ੁੱਧ ਗੁਰਬਾਣੀ ਉਚਾਰਨ ਸਿੱਖਣ ਲਈ ਸਾਡੇ ਪਾਸ ਸਮਾਂ ਹੀ ਨਹੀਂ ਹੈ। ਹਾਂ, ਹੋਰ ਦੁਨਿਆਵੀ ਭਾਸ਼ਾਵਾਂ ਦਾ ਅਧਿਐਨ ਕਰਨ ਲਈ ਅਸੀਂ ਸਕੂਲਾਂ ਵਿੱਚ ਜਾਂ ਬੋਲੀ ਦੇ ਮਾਹਰਾਂ ਪਾਸ 5 ਜਾਂ 7 ਸਾਲ ਦਾ ਲਗਾਤਾਰ ਸਮਾਂ ਕੱਢ ਸਕਦੇ ਹਾਂ। ਜਿਸ ਗੁਰਬਾਣੀ ਨੇ ਸਾਡੀ ਆਤਮਾ ਦੀ ਕਲਿਆਣ ਕਰਨੀ ਹੈ ਜਾਂ ਸਾਨੂੰ ਚੰਗੇ ਇਨਸਾਨ ਬਣਨ ਦੀ ਅਗਵਾਈ ਪ੍ਰਦਾਨ ਕਰਨੀ ਹੈ, ਅਜਿਹੇ ਅਮੋਲਕ ਗਿਆਨ ਨੂੰ ਸ਼ੁੱਧ ਪੜ੍ਹਨ ਜਾਂ ਸਿੱਖਣ ਲਈ ਸਾਡੇ ਪਾਸ ਸਾਡੀ ਜ਼ਿੰਦਗੀ ਵਿੱਚ ਸਮਾਂ ਹੈ ਹੀ ਨਹੀਂ ਜਾਂ ਸਿਰਫ ਨਾ ਮਾਤਰ ਹੈ, ਜਿਸ ਦੀ ਬਦੌਲਤ ਅੱਜ ਸ਼ੁੱਧ ਪਾਠ ਉਚਾਰਨ ਕਰਨ ਵਾਲਿਆਂ ਦੀ ਬਹੁਤ ਜ਼ਿਆਦਾ ਕਮੀ ਹੈ। ਜੋ ਪਾਠ ਸਿੱਖਦੇ ਵੀ ਹਨ ਉਹਨਾਂ ਦਾ ਮਨੋਰਥ ਗੁਰੂ ਗਿਆਨ ਜੋ ਸਤਿਗੁਰੂ ਜੀ ਨੇ ਗੁਰਬਾਣੀ ਅੰਦਰ ਅੰਕਿਤ ਕੀਤਾ ਹੈ ਉਸ ਨੂੰ ਸਮਝਣ ਦਾ ਨਹੀਂ, ਕੇਵਲ ਗੁਰਬਾਣੀ ਅੱਖਰਾਂ ਦਾ ਬੋਧ ਪ੍ਰਾਪਤ ਕਰਕੇ ਰੋਜ਼ੀ ਰੋਟੀ ਕਮਾਉਣ ਦਾ ਹੀ ਟੀਚਾ ਹੁੰਦਾ ਹੈ। ਜਿਸ ਕਰਕੇ ਸਿੱਖਿਆਰਥੀ ਨਾ ਤਾਂ ਪੂਰੀ ਲਗਨ ਨਾਲ ਗੁਰਬਾਣੀ ਬੋਧ ਪ੍ਰਾਪਤ ਕਰਦੇ ਹਨ ਅਤੇ ਨਾ ਹੀ ਅਰਥਾਂ ਵੱਲ ਧਿਆਨ ਦਿੰਦੇ ਹਨ। ਪਿਛਲੇ ਸਮੇਂ ਵਿੱਚ ਪਾਠੀ ਸਿੰਘ ਬੜੀ ਸੋਧ ਸੁਚਮ ਰੱਖ ਕੇ ਸੰਗਤਾਂ ਨੂੰ ਉੱਚੀ ਬੋਲ ਕੇ ਪਾਠ ਸੁਣਾ ਕੇ ਨਾਲੇ ਆਪ ਰਸ ਲੈਂਦੇ ਸਨ ਤੇ ਨਾਲੇ ਸੰਗਤ ਬੜੇ ਪਿਆਰ ਨਾਲ ਜੁੜ ਕੇ ਪਾਠ ਸਰਵਣ ਕਰਦੀ ਸੀ। ਅੱਜ ਜਦੋਂ ਸ਼੍ਰੀ ਅਖੰਡ ਪਾਠ ਸਾਹਿਬ ਚੱਲ ਰਿਹਾ ਹੁੰਦਾ ਹੈ, ਪਾਠੀ ਸਿੰਘਾਂ ਦਾ ਕੀਤਾ ਪਾਠ ਕੇਵਲ ਉਸ ਦੇ ਬੁੱਲਾਂ ਤੱਕ ਹੀ ਸੀਮਤ ਰਹਿੰਦਾ ਹੈ। ਸ਼ਾਇਦ ਪਾਠੀ ਸਿੰਘ ਦੇ ਆਪਣੇ ਕੰਨਾਂ ਤੱਕ ਵੀ ਨਾ ਪੁੱਜਦਾ ਹੋਵੇ। ਜਿੱਥੇ ਕਿਤੇ ਮਹਿੰਗੀ ਬਾਣੀ ਆ ਜਾਂਦੀ ਹੈ ਉੱਥੇ ਤਾਂ ਆ ਕਰਕੇ ਪਾਠੀ ਅੱਗੇ ਚੱਲ ਪੈਂਦੇ ਹਨ, ਜੋ ਬਹੁਤ ਹੀ ਘਾਟੇ ਬੰਦਾ ਰੁਝਾਨ ਚੱਲ ਪਿਆ ਹੈ। ਅੱਜ ਕੱਲ੍ਹ ਗੁਰਬਾਣੀ ਬੋਧ ਜਾਂ ਸ਼ੁੱਧ ਗੁਰਬਾਣੀ ਉਚਾਰਨ ਸਿੱਖਣ ਦੀ ਬਿਰਤੀ ਬਹੁਤ ਘੱਟ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਫੁਰਮਾਨ ਮਾਇਆ ਮਨੋ ਨਾ ਵੀਸਰੈ ਮੰਗੈ ਦਮਾ ਦਮ ਦੀ ਬਿਰਤੀ ਜ਼ਿਆਦਾ ਪ੍ਰਬਲ ਹੋਣ ਕਰਕੇ ਕੋਈ ਮਿਹਨਤ ਕਰਨੀ ਹੀ ਨਹੀਂ ਚਾਹੁੰਦਾ। ਗੁਰੂ ਗਿਆਨ ਪ੍ਰਾਪਤ ਕਰਨ ਦਾ ਸ਼ੌਂਕ ਹੈ, ਪਰ ਬਹੁਤ ਘੱਟ ਜਗਿਆਸੂਆਂ ਨੂੰ ਗੁਰੂ ਗਿਆਨ ਪ੍ਰਾਪਤ ਕਰਨ ਦਾ ਸ਼ੌਂਕ ਹੈ। ਬਦਕਿਸਮਤੀ ਨਾਲ ਕੁਝ ਸਮੇਂ ਦਾ ਗੇੜ ਹੀ ਐਸਾ ਬਣਿਆ ਹੋਇਆ ਹੈ ਕਿ ਇੱਕ ਪਾਸੇ ਤਾਂ ਯੋਗ ਜਾਂ ਕਾਬਲ ਪਾਠੀ ਸਿੰਘ ਮਿਲਦੇ ਨਹੀਂ ਤੇ ਦੂਜੇ ਪਾਸੇ ਅੱਧ ਕੱਚਿਆਂ ਦੀ ਮੰਗ ਵੀ ਕੋਈ ਥੋੜ੍ਹੀ ਨਹੀਂ, ਕਿਉਂਕਿ ਪੈਸੇ ਦੇ ਕੇ ਧਰਮ ਖਰੀਦਣ ਜਾਂ ਮਨੋਕਾਮਨਾ ਦੀ ਪੂਰਤੀ ਲਈ ਇੰਨੇ ਕੁ ਪਾਠ ਲੋਕ ਸੁਖਣਾ ਵਜੋਂ ਸੁੱਖ ਲੈਂਦੇ ਹਨ ਕਿ ਕਿਸੇ ਗੁਰੂ ਘਰ ਵਿੱਚ ਵੀ ਚਲੇ ਜਾਓ, ਪਾਠਾਂ ਦੀ ਵਾਰੀ ਲਈ ਲਾਈਨਾਂ ਲੱਗੀਆਂ ਪਈਆਂ ਹਨ। ਪਾਠ ਰਖਾਉਣ ਵਾਲਾ ਅਰਦਾਸ ਵੇਲੇ ਸ਼ਾਮਿਲ ਹੋ 5 ਪੌੜੀਆਂ ਜਾਂ ਜਪਜੀ ਸਾਹਿਬ ਸੁਣ ਪ੍ਰਸ਼ਾਦ ਲੈ ਕੇ ਘਰ ਚਲਾ ਜਾਂਦਾ ਹੈ। ਮੁੜ ਭੋਗ ਸਮੇਂ ਹਾਜ਼ਰੀ ਭਰ ਸਰੋਪਾ ਲੈ ਘਰ ਵਾਪਸ ਆ ਜਾਂਦਾ ਹੈ ਤੇ ਪਾਠ ਰਖਵਾਉਣ ਵਾਲਾ ਸਮਝਦਾ ਹੈ ਕਿ ਮੇਰੇ ਸਰਬ ਮਨੋਰਥ ਪੂਰੇ ਹੋ ਗਏ। ਬਣਦਾ ਤਾਂ ਇਹ ਹੈ ਕਿ ਸ਼੍ਰੀ ਅਖੰਡ ਪਾਠ ਸਾਹਿਬ ਰਖਵਾ ਕੇ ਗੁਰੂ ਘਰ ਸੇਵਾ ਕੀਤੀ ਜਾਂਦੀ, ਬਾਕੀ ਸਾਰਾ ਸਮਾਂ ਪਰਿਵਾਰ ਦਾ ਕੋਈ ਨਾ ਕੋਈ ਜੀ ਗੁਰੂ ਮਹਾਰਾਜ ਜੀ ਦੇ ਪਾਸ ਬੈਠ ਕੇ ਪਾਠੀ ਸਿੰਘ ਪਾਸੋਂ ਪਾਠ ਸੁਣਦਾ। ਤਦ ਤੇ ਆਪ ਨੂੰ ਵੀ ਲਾਭ ਹੁੰਦਾ ਤੇ ਪਾਠੀ ਸਿੰਘ ਵੀ ਸਾਵਧਾਨ ਹੋ ਕੇ ਪਾਠ ਕਰਦਾ। ਪਰ ਜੋ ਹੋ ਰਿਹਾ ਹੈ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ, ਜਿਸ ਦੇ ਭਾਗੀਦਾਰ ਅਸੀਂ ਸਾਰੇ ਹੀ ਹਾਂ। ਸਤਿਗੁਰੂ ਜੀ ਦਾ ਫਰਮਾਨ ਹੈ, ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀਐ ਅਕਲੀ ਕੀਚੈ ਦਾਨ।
ਪੈਸੇ ਦੇ ਕੇ ਪਾਠ ਨਹੀਂ ਖਰੀਦਿਆ ਜਾ ਸਕਦਾ, ਕਿਉਂਕਿ ਭਗਤ ਕਬੀਰ ਜੀ ਦਾ ਆਪਣਾ ਅਟਲ ਫੈਸਲਾ ਰਾਗ ਗੌੜੀ ਅੰਦਰ ਦਰਜ ਕਰ ਗਏ ਹਨ। ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਸ ਲਈ ਅਸੀਂ ਭਾਵਨਾ ਸ਼ਰਧਾ ਨਾਲ ਆਪ ਗੁਰਬਾਣੀ ਦਾ ਪਾਠ ਕਰੀਏ, ਸੁਣੀਏ ਤੇ ਵਿਚਾਰੀਏ, ਤਦ ਹੀ ਸਾਨੂੰ ਲਾਭ ਹੈ। ਜਿੱਥੇ ਆਪਾਂ ਦੁਨਿਆਵੀ ਕੰਮਾਂ ਜਾਂ ਦੁਨਿਆਵੀ ਵਿੱਦਿਆ ਪੜ੍ਹਨ ਲਈ ਸਮਾਂ, ਘੰਟਿਆਂ, ਦਿਨਾਂ ਤੇ ਸਾਲਾਂ ਬੱਧੀ ਕੱਢਦੇ ਹਾਂ, ਉੱਥੇ ਅਧਿਆਤਮਿਕ ਵਿੱਦਿਆ ਦੀ ਦਾਤੀ ਗੁਰਬਾਣੀ ਨੂੰ ਸ਼ੁੱਧ ਉਚਾਰਨ ਤੇ ਵਿਚਾਰਨ ਲਈ ਵੀ ਉਚੇਚਾ ਸਮਾਂ ਕੱਢਿਆ ਕਰੀਏ, ਤਦ ਹੀ ਸਾਡਾ ਜੀਵਨ ਸਫਲਾ ਹੋਵੇਗਾ। ਜਦੋਂ ਆਪਾਂ ਗੁਰਬਾਣੀ ਵਿੱਚੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪੁੱਛਦੇ ਹਾਂ ਕਿ ਸਾਡਾ ਇਸ ਸੰਸਾਰ ਵਿੱਚ ਆਉਣ ਦਾ ਕੀ ਮਨੋਰਥ ਹੈ, ਤਦ ਸਤਿਗੁਰੂ ਜੀ ਸਪਸ਼ਟ ਫਰਮਾਨ ਕਰਦੇ ਹਨ ਕਿ ਐ ਮਨੁੱਖ ਆਇਓ ਸੁਨਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੈ ਅਨ ਲਾਲਚ, ਬਿਰਥਾ ਜਨਮ ਪ੍ਰਾਣੀ ਰਹਾਓ। ਗੁਰੂ ਆਸ਼ੇ ਅਨੁਸਾਰ ਸਾਡੇ ਜੀਵਨ ਦਾ ਮਨੋਰਥ ਬਾਣੀ ਨੂੰ ਪੜ੍ਹਨਾ, ਬਾਣੀ ਨੂੰ ਸੁਣਨਾ, ਸੁਣ ਕੇ ਉਸ ਉੱਪਰ ਅਮਲ ਕਰਨਾ ਹੈ। ਪਰ ਮਾਇਆ ਦੇ ਅਗਿਆਨ ਭਰਮ ਕਾਰਨ ਮਨੁੱਖ ਪਰਮਾਤਮਾ ਦੀ ਬਾਣੀ ਜੋ ਬਾਰ ਪ੍ਰਭ ਜਪੀਏ ਦਾ ਉਪਦੇਸ਼ ਦਿੰਦੀ ਹੈ, ਉਸ ਨੂੰ ਭੁੱਲ ਕੇ ਮਾਇਆ ਤੇ ਦੁਨੀਆ ਦੇ ਪਦਾਰਥਾਂ ਦੇ ਲੋਭ ਲਾਲਚ ਵਿੱਚ ਪਲਚ ਕੇ ਆਪਣਾ ਮਨੁੱਖਾ ਜੀਵਨ ਵਿਅਰਥ ਗਵਾ ਦਿੰਦਾ ਹੈ। ਗੁਰਬਾਣੀ ਉਪਦੇਸ਼ ਦੀ ਪੂਰਨ ਸਮਝ ਤਦ ਪਵੇਗੀ ਜਦੋਂ ਆਪਾਂ ਗੁਰਬਾਣੀ ਨੂੰ ਲਗ ਮਾਤਰਾ ਸਹਿਤ ਸ਼ੁੱਧ ਪੜ੍ਹਾਂਗੇ। ਸ਼ੁੱਧ ਤਦ ਪੜ੍ਹਾਂਗੇ ਜੇ ਆਪਾਂ ਕਿਸੇ ਸਿਆਣੇ ਟਕਸਾਲੀ ਸਿੰਘ ਪਾਸੋਂ ਸੰਥਿਆ ਪ੍ਰਾਪਤ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।